ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ। ਮੇਰੀ ਸਾਰੀ ਸੰਗਤ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਮੇਰੇ ਚੈਨਲ ਗੁਰਕਿਰਪਾ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਅੱਜ ਦਾ ਵਿਚਾਰ ਹੈ ਨਿਤਨੇਮ ਕਰਨ ਦੀ ਪਹਿਲੀ ਅਵਸਥਾ। ਬਾਬਾ ਆਨੰਦ ਸਿੰਘ ਜੀ ਅਨੁਸਾਰ ਬੰਦਾ ਕਈ ਤਰ੍ਹਾਂ ਦਾ ਝੂਠ ਸੱਚ ਬੋਲ ਕੇ ਪੈਸੇ ਕਰ ਲਿਆਉਂਦਾ ਹੈ। ਘਰ ਵਾਲੀ ਪੁੱਤਰ ਧੀਆਂ ਨੂੰ ਦਿੰਦਾ ਹੈ, ਵਿੱਚੋਂ 10 ਵੀ ਆਪ ਵੀ ਖਾ ਜਾਂਦਾ ਹੈ। ਪਰ ਜਦੋਂ ਹਿਸਾਬ ਹੁੰਦਾ ਹੈ ਉਸ ਦਾ ਲੇਖਾ ਦੇਣਾ ਤਾਂ ਤੈਨੂੰ ਪਵੇਗਾ, ਨਾਮ ਤਾਂ ਤੇਰਾ ਲਿਖਿਆ ਗਿਆ ਹੈ। ਇਸ ਸਾਰੇ ਝੂਠੇ ਤਾਣੇ ਨੂੰ ਤਿਆਗ ਕੇ ਕਈ ਚੰਗੇ ਪਾਸੇ ਲੱਗ ਜਾਂਦੇ ਹੈ। ਉਸ ਨੂੰ ਸਤਿਗੁਰ ਧਨ ਕਹਿੰਦੇ ਹਨ। ਪਹਿਲੀ ਅਵਸਥਾ ਹੈ ਮੂੰਹ ਨਾਲ ਬਾਣੀ ਦਾ ਪਾਠ ਉੱਚੀ ਉੱਚੀ ਕਰਨਾ। ਉਹਨਾਂ ਲੋਕਾਂ ਨਾਲੋਂ ਚੰਗਾ ਹੈ ਜਿਹੜੇ ਪਰਮਾਰਥ ਵੱਲ ਬਿਲਕੁਲ ਹੀ ਨਹੀਂ ਲੱਗੇ। ਉਹ ਘੰਟਾ ਡੇਢ ਘੰਟਾ ਬਾਣੀ ਪੜ੍ਹਨ ਲੱਗ ਪਿਆ ਹੈ, ਉਹ ਵੀ ਧਨ ਹੈ। ਬਾਣੀ ਜਿਨ ਸਰੂਪ ਹੈ, ਬਾਣੀ ਸਿਮਰਨ ਕਰਨ ਦੀ ਤਾਕੀਦ ਕਰਦੀ ਹੈ। ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਵਿੰਦ ਮਿਲਣ ਕੀ ਇਹ ਤੇਰੀ ਵਰਿਆ। ਅਵਰ ਕਾਜ ਤੇਰੇ ਕੀਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਭਾਵ ਬਾਣੀ ਕਹਿੰਦੀ ਹੈ ਉਹਨਾਂ ਸੰਤਾਂ ਦੀ ਸੰਗਤ ਕਰੋ ਜਿਹੜੇ ਤੈਨੂੰ ਨਾਮ ਜਪਣ ਦੀ ਪ੍ਰੇਰਣਾ ਦੇਣ, ਕਿਉਂਕਿ ਨਾਮ ਜਪਣ ਤੋਂ ਬਿਨਾਂ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਬਾਣੀ ਪੜ੍ਹਨ ਨਾਲ ਸਾਰੇ ਹੀ ਕਾਰਜ ਪੂਰੇ ਹੋ ਜਾਣਗੇ। ਰੱਬ ਦੀ ਪ੍ਰਾਪਤੀ ਅਤੇ ਸਾਰੇ ਕਾਰਜ ਪੂਰੇ ਕਰਨ ਵਾਸਤੇ ਮੂਲ ਮੰਤਰ ਜਾਂ ਗੁਰਮੰਤਰ ਕਰਨਾ ਜ਼ਰੂਰੀ ਹੈ। ਪਰ ਸਤਿਗੁਰ ਬਾਣੀ ਪੜ੍ਹਨ ਵਾਲੇ ਨੂੰ ਵੀ ਧਨ ਕਹਿੰਦੇ ਹਨ। ਬਾਬਾ ਜੀ ਦਾ ਇਹੋ ਹੁਕਮ ਹੈ, ਸਭ ਤੋਂ ਪਹਿਲੇ ਜੀਵ ਅੰਮ੍ਰਿਤ ਛਕ ਲਵੇ। ਅੰਮ੍ਰਿਤ ਵੇਲੇ ਉੱਠਣ ਵੇਲੇ ਅੱਖ ਖੋਲ੍ਹਣ ਤੋਂ ਪਹਿਲੇ ਗੁਰੂ ਨਾਨਕ ਪਾਤਸ਼ਾਹ ਦਾ ਸੁਰਤੀ ਨਾਲ ਧਿਆਨ ਕਰੇ। ਚਰਨਾਂ ਨਾਲ ਸਿਰ ਨੂੰ ਲਾ ਕੇ 5 ਵਾਰ ਵਾਹਿਗੁਰੂ 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 ਜਪੇ। ਫਿਰ ਅੱਖਾਂ ਖੋਲ੍ਹੇ। ਹੁਣ ਜੰਗਲ ਪਾਣੀ ਜਾਵੇ। ਫਿਰ ਦਾਤਨ ਕੁਰਲਾ ਕਰੇ। ਹੁਣ ਇਸ਼ਨਾਨ ਕਰਕੇ ਕੱਪੜੇ ਪਾਉਂਦਿਆਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲਵੇ। ਪਾਠ ਪੂਰਾ ਕਰਕੇ ਜੇ ਚਾਹੇ ਤਾਂ ਚਾਹ ਪਾਣੀ ਛਕ ਲਵੇ। ਹੁਣ ਜੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤਾਂ ਸਾਹਮਣੇ ਚੌਂਕੜਾ ਮਾਰ ਕੇ ਇੱਕ ਆਸਣ ਪਰ ਬੈਠ ਕੇ ਨਿਤਨੇਮ ਕਰੇ। ਜੇ ਮਹਾਰਾਜ ਜੀ ਦਾ ਪ੍ਰਕਾਸ਼ ਨਹੀਂ ਹੈ ਤਾਂ ਸਾਹਮਣੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਰੱਖ ਕੇ ਉਸ ਦਾ ਧਿਆਨ ਕਰੇ ਤੇ ਨਿਤਨੇਮ ਕਰੇ। ਇਹ ਗੁਰਮੁਖਾਂ ਦੀ ਅਵਸਥਾ ਹੈ। ਮਾੜੇ ਕੰਮ ਛੱਡ ਕੇ ਚੰਗੇ ਗੁਣ ਧਾਰਨ ਕਰਕੇ, ਪਰ ਅਜੇ ਮਨ 'ਤੇ ਕੰਟਰੋਲ ਨਹੀਂ ਹੋਇਆ, ਕਿਉਂਕਿ ਕੁਸੰਗਤ ਵਿੱਚ ਫਸੇ ਮਾੜੇ ਕੰਮਾਂ ਵਿੱਚ ਮਨ ਲੱਗਿਆ ਹੋਇਆ ਹੈ। ਤੇ ਇਸੇ ਤਰ੍ਹਾਂ ਬਾਣੀ ਨਾਲ ਜੋੜ ਕੇ ਇਸ ਨੂੰ ਮਾੜੇ ਕੰਮਾਂ ਤੋਂ ਦੂਰ ਕੀਤਾ ਜਾ ਸਕਦਾ ਹੈ। 2 ਸਰਦਾਰ ਸੀ, ਬੜੇ ਗੁਰਮੁਖ ਨੇਕ ਪੁਰਸ਼। ਇੱਕ ਵਜ਼ੀਰ ਸੀ ਤੇ ਦੂਜਾ ਜੱਜ ਮੈਜਿਸਟ੍ਰੇਟ ਸੀ। ਇਹਨਾਂ ਦਾ ਆਪਸ ਵਿੱਚ ਬੜਾ ਪਿਆਰ ਸੀ। ਇੱਕ ਦਿਨ ਵਜ਼ੀਰ ਜੱਜ ਦੇ ਘਰ ਆਇਆ। ਆਪਸ ਵਿੱਚ ਪਿਆਰ ਮੁਹੱਬਤ ਦੀਆਂ ਅਤੇ ਪਰਮਾਰਥ ਦੇ ਬਚਨ ਕਰਦੇ ਰਹੇ। ਸਾਹਮਣੇ ਇੱਕ ਵੱਡਾ ਸਾਰਾ ਮੇਜ਼ ਪਿਆ ਸੀ। ਇਸ ਦੇ ਚਾਰੇ ਪਾਸੇ ਕੁਰਸੀਆਂ ਲੱਗੀਆਂ ਹੋਈਆਂ ਹਨ। ਗੱਲਾਂ ਕਰਦਿਆਂ ਕਰਦਿਆਂ ਵਜ਼ੀਰ ਨੇ ਆਪਣੇ ਹੱਥ ਦੀ ਘੜੀ ਲਾ ਕੇ ਮੇਜ਼ 'ਤੇ ਰੱਖ ਦਿੱਤੀ। ਹੁਣ ਰੋਟੀ ਖਾਧੀ, ਉੱਠ ਕੇ ਹੱਥ ਧੋਤੇ। ਮੌਕਾ ਤਾੜ ਕੇ ਜੱਜ ਨੇ ਘੜੀ ਚੁੱਕ ਲਈ, ਚੰਗੀ ਤੇ ਕੀਮਤੀ ਜਾਣ ਕੇ ਲੁਕੋ ਲਿੱਤੀ। ਕੁਝ ਸਮਾਂ ਫਿਰ ਗੱਲਾਂ ਕਰਦੇ ਰਹੇ। ਹੁਣ ਵਜ਼ੀਰ ਨੂੰ ਯਾਦ ਆਈ ਤੇ ਕਿਹਾ, ਇੱਥੇ ਘੜੀ ਸੀ, ਕਿੱਧਰ ਗਈ? ਇੱਧਰ ਉੱਧਰ ਸਾਰੇ ਪਾਸੇ ਦੇਖਿਆ, ਘੜੀ ਨਹੀਂ ਮਿਲੀ। ਹੁਣ ਵਜ਼ੀਰ ਸਾਹਿਬ ਆਪਣੇ ਘਰ ਚਲੇ ਗਏ। ਜੱਜ ਸਾਹਿਬ ਆਪਣੇ ਘਰ ਖੁਸ਼ੀ ਹਨ ਕਿ ਘੜੀ ਮੈਨੂੰ ਹਜ਼ਮ ਹੋ ਗਈ। ਇਸੇ ਤਰ੍ਹਾਂ ਸਾਲ ਬੀਤ ਗਿਆ। ਇੱਕ ਦਿਨ ਜੱਜ ਸਾਹਿਬ ਵਜ਼ੀਰ ਦੇ ਘਰ ਗਏ। ਘੰਟੀ ਖੜਕਾਈ। ਵਜ਼ੀਰ ਨੇ ਆਪਣੇ ਪੁੱਤਰ ਨੂੰ ਕਿਹਾ, ਪਤਾ ਕਰ ਕੌਣ ਹੈ। ਪੁੱਤਰ ਨੇ ਪਤਾ ਕਰਕੇ ਆ ਦੱਸਿਆ। ਅੱਗੋਂ ਵਜ਼ੀਰ ਨੇ ਕਿਹਾ, ਜੱਜ ਸਾਹਿਬ ਨੂੰ ਕਹਿ ਮੈਨੂੰ ਟਾਈਮ ਨਹੀਂ, ਫਿਰ ਮਿਲਾਂਗੇ। ਉਸ ਵੇਲੇ ਜੱਜ ਸਾਹਿਬ ਚੁੱਪ ਕਰਕੇ ਘਰ ਚਲੇ ਗਏ। ਕੁਝ ਦਿਨ ਬਾਅਦ ਸਕੂਲ ਵਿੱਚ ਬੱਚਿਆਂ ਦਾ ਰਿਜ਼ਲਟ ਆਇਆ ਕਿ ਲੜਕੀ ਫੇਲ ਹੋ ਗਈ ਹੈ। ਉਸ ਵੇਲੇ ਜੱਜ ਸਾਹਿਬ ਨੇ ਮਨ 'ਤੇ ਬੜੀ ਸੱਟ ਵੱਜੀ। ਜਿਹੜੀ ਲੜਕੀ ਪਹਿਲੀਆਂ ਜਮਾਤਾਂ ਵਿੱਚੋਂ ਫਸਟ ਆਉਂਦੀ ਰਹੀ ਹੈ, ਉਹ ਅੱਜ ਫੇਲ ਹੋ ਗਈ ਹੈ। ਉਸ ਵੇਲੇ ਮਨ ਨੂੰ ਬੜੀ ਧਿੱਕਾਰ ਤੇ ਲਾਹਨਤ ਪਈ ਕਿ ਤੂੰ ਕਿਹੜੀ ਗਲਤੀ ਕੀਤੀ। ਹੁਣ ਘੜੀ ਲੈ ਕੇ ਵਜ਼ੀਰ ਦੇ ਘਰ ਚਲਿਆ ਗਿਆ ਤੇ ਘੰਟਾ ਖੜਕਾਈ। ਨੌਕਰ ਨੇ ਵਜ਼ੀਰ ਸਾਹਿਬ ਨੂੰ ਪਤਾ ਦਿੱਤਾ ਕਿ ਜੱਜ ਸਾਹਿਬ ਆਏ ਹਨ। ਅੱਗੋਂ ਵਜ਼ੀਰ ਸਾਹਿਬ ਨੇ ਨੌਕਰ ਨੂੰ ਕਿਹਾ, ਜੱਜ ਸਾਹਿਬ ਨੂੰ ਕਹਿ ਕਿ ਮੈਨੂੰ ਗੱਲ ਕਰਨ ਦੀ ਫੁਰਸਤ ਨਹੀਂ ਹੈ, ਫਿਰ ਕਿਤੇ ਆਉਣਾ। ਹੁਣ ਜੱਜ ਸਾਹਿਬ ਨੇ ਕਿਹਾ ਕਿ ਮੈਂ ਮਿਲੇ ਬਗੈਰ ਜਾਣਾ ਹੀ ਨਹੀਂ, ਚਾਹੇ 2-3
ਭੁੱਖਾ ਇੱਥੇ ਦਰਵਾਜ਼ੇ 'ਤੇ ਕਿਉਂ ਨਾ ਬੈਠਣਾ ਪਵੇ। ਇਸ ਤਰ੍ਹਾਂ 2 ਘੰਟੇ ਗੇਟ 'ਤੇ ਜੱਜ ਸਾਹਿਬ ਖੜ੍ਹੇ ਰਹੇ। ਹੁਣ ਵਜ਼ੀਰ ਨੇ ਸੋਚਿਆ, ਪੁੱਛਣਾ ਚਾਹੀਦਾ ਹੈ ਕਿ ਸੋਚ ਕੇ ਅੰਦਰ ਬੁਲਾ ਲਿਆ। ਹੁਣ ਜੱਜ ਸਾਹਿਬ ਨੇ ਕਿਹਾ, ਸਰਦਾਰ ਜੀ, ਮੇਰੇ ਪਾਸੋਂ ਗਲਤੀ ਹੋ ਗਈ, ਮੈਨੂੰ ਮਾਫ਼ ਕਰ ਦਿਓ, ਪਰ ਘੜੀ ਆਪਣੀ ਲੈ ਲਓ। ਅੱਗੋਂ ਵਜ਼ੀਰ ਨੇ ਕਿਹਾ, ਜੱਜ ਸਾਹਿਬ, ਮੈਂ ਇਹ ਘੜੀ ਨਹੀਂ ਲੈਣੀ, ਹੁਣ ਲੈਣੀ ਹੀ ਨਹੀਂ, ਤਾਂ ਮੇਰੇ ਪਾਸੋਂ ਹੋਰ ਲੈ ਲਵੋ ਤੁਸੀਂ, ਜੇ ਤੁਹਾਨੂੰ ਜ਼ਰੂਰਤ ਹੈ ਤਾਂ। ਇਸ ਤਰ੍ਹਾਂ ਕਹਿ ਕੇ ਵਜ਼ੀਰ ਸਾਹਿਬ ਹੋਰ ਕਮਰੇ ਵਿੱਚ ਚਲੇ ਗਏ। ਹੁਣ ਸਾਰਾ ਦਿਨ ਜੱਜ ਸਾਹਿਬ ਵਜ਼ੀਰ ਸਾਹਿਬ ਦੇ ਘਰ ਬੈਠੇ ਰਹੇ। ਹੁਣ ਵਜ਼ੀਰ ਸਾਹਿਬ ਨੇ ਸੋਚਿਆ, ਲੋਕੀ ਕੀ ਕਹਿਣਗੇ। ਜਿਸ ਨੂੰ ਪਤਾ ਲੱਗੇਗਾ, ਕੋਈ ਕੁਝ ਕਹੇਗਾ, ਕੋਈ ਕੁਝ। ਲੋਕਾਂ ਵਿੱਚ ਚਰਚਾ ਹੋਣ ਲੱਗ ਜਾਵੇਗੀ। ਕੋਈ ਮੈਨੂੰ ਮਾੜਾ ਕਹੇਗਾ, ਕੋਈ ਜੱਜ ਨੂੰ ਮਾੜਾ ਕਹੇਗਾ। ਇਸ ਗੱਲ ਨੂੰ ਮੁੱਖ ਰੱਖ ਕੇ ਵਜ਼ੀਰ ਸਾਹਿਬ ਨੇ ਆ ਕੇ ਕਿਹਾ, ਲਿਆਓ ਜੱਜ ਸਾਹਿਬ, ਘੜੀ ਦੇ ਦਿਓ। ਹੁਣ ਜੱਜ ਸਾਹਿਬ ਕਹਿਣ ਲੱਗੇ, ਇਉਂ ਨਹੀਂ ਦੇਣੀ। ਅੱਗੋਂ ਵਜ਼ੀਰ ਸਾਹਿਬ ਨੇ ਕਿਹਾ, ਫਿਰ ਕਿਸ ਤਰ੍ਹਾਂ ਦੇਣੀ ਹੈ। ਹੁਣ ਜੱਜ ਸਾਹਿਬ ਕਹਿਣ ਲੱਗੇ, ਤੁਸੀਂ ਕਹੋ ਕਿ ਮੈਂ ਤੈਨੂੰ ਬਖਸ਼ਿਆ, ਫਿਰ ਮੈਂ ਘੜੀ ਦੇਣੀ ਹੈ। ਹੁਣ ਵਜ਼ੀਰ ਸਾਹਿਬ ਬੜੇ ਮੁਸਕਰਾਏ ਤੇ ਕਹਿਣ ਲੱਗੇ, ਉਹੀ ਆਪਣੀ ਜੱਜਾਂ ਵਾਲੀ ਗੱਲ ਕੀਤੀ ਹੈ, ਮੇਰੇ ਕੋਲ ਬਿਆਨ ਕਰਵਾਉਣ ਲੱਗੇ ਹੋ। ਹੁਣ ਜੱਜ ਸਾਹਿਬ ਨੇ ਕਿਹਾ, ਮੇਰੇ ਮਨ ਨੂੰ ਠੰਡਾ ਤਾਂ ਹੀ ਪਵੇਗੀ ਜਦੋਂ ਤੁਸੀਂ ਕਹੋਗੇ ਮੈਂ ਤੈਨੂੰ ਬਖਸ਼ਿਆ। ਫਿਰ ਵੀ ਪੁਰਾਣਾ ਪਿਆਰ ਸੀ। ਅੱਗੋਂ ਵਜ਼ੀਰ ਸਾਹਿਬ ਕਹਿਣ ਲੱਗੇ, ਜੱਜ ਸਾਹਿਬ, ਮੈਂ ਤੁਹਾਨੂੰ ਬਖਸ਼ਿਆ। ਇਉਂ ਕਹਿਣ 'ਤੇ ਜੱਜ ਨੇ ਘੜੀ ਵਜ਼ੀਰ ਨੂੰ ਦੇ ਦਿੱਤੀ। ਉਹਨਾਂ ਨੇ ਲੈ ਕੇ ਰੱਖ ਲਿੱਤੀ। ਹੁਣ ਜੱਜ ਸਾਹਿਬ ਨੇ ਕਿਹਾ, ਵਜ਼ੀਰ ਸਾਹਿਬ, ਪਿਛਲੇ ਗੁੱਸੇ ਗਿਲੇ ਕੱਢ ਕੇ ਜੱਫੀ ਪਾ ਲਵੋ। ਅੱਗੋਂ ਵਜ਼ੀਰ ਸਾਹਿਬ ਕਹਿਣ ਲੱਗੇ, ਜੱਜ ਸਾਹਿਬ, ਜੱਫੀ ਪਾ ਕੇ ਮਿਲਣਾ ਮੁਸਲਮਾਨਾਂ ਦੀ ਮਰਿਆਦਾ ਹੈ ਤੇ ਹੱਥ ਮਿਲਾਉਣਾ ਹਿੰਦੂਆਂ ਦੀ ਮਰਿਆਦਾ ਹੈ। ਆਪਾਂ ਗੁਰਸਿੱਖ ਹਾਂ, ਗੁਰਸਿੱਖਾਂ ਦੀ ਮਰਿਆਦਾ ਹੈ ਕਿ ਹੱਥ ਜੋੜ ਕੇ ਫਤਿਹ ਬੁਲਾਉਣੀ। ਸੋ ਇਸ ਤਰ੍ਹਾਂ ਫਤਿਹ ਬੁਲਾ ਕੇ ਵਜ਼ੀਰ ਸਾਹਿਬ ਨੇ ਘੜੀ ਦੇ ਕੇ ਤੇ ਮਾਫ਼ੀ ਲੈ ਕੇ ਵਾਪਸ ਘਰ ਆ ਗਏ। ਇਹ ਹੈ ਗੁਰਮੁਖਾਂ ਦੀ ਅਵਸਥਾ। ਜੇ ਗਲਤੀ ਹੋ ਗਈ ਹੈ ਤਾਂ ਮਾਫ਼ੀ ਮੰਗ ਲੈਣੀ। ਬਾਬਾ ਜੀ ਵੀ ਇਹੋ ਵਚਨ ਕਰਦੇ ਸਨ ਕਿ ਜਿਤਨਾ ਚਿਰ ਸਿੱਖ ਆਪਣੀ ਮਰਿਆਦਾ ਅਨੁਸਾਰ ਰਹਿਣੀ, ਬਹਿਣੀ, ਕਹਿਣੀ, ਸਹਿਣੀ ਨਹੀਂ ਕਰਦੇ, ਉਤਨਾ ਚਿਰ ਸਿੱਖ ਨੂੰ ਰਾਜ ਨਹੀਂ ਮਿਲੇਗਾ। ਹੁਣ ਇੱਕ ਮਾਲਾ ਮੂਲ ਮੰਤਰ ਇੱਕ ਓਂਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ ਉੱਚੀ ਉੱਚੀ ਕਰੇ। ਹੁਣ 5 ਪਾਠ ਜਪਜੀ ਸਾਹਿਬ ਦੇ ਉੱਚੀ ਉੱਚੀ ਕਰੇ। ਦਿਨ ਚੜ੍ਹਦੇ 5 ਬਾਣੀਆਂ ਦਾ ਪਾਠ ਕਰੇ, ਚਾਹੇ ਮਨ ਲੱਗੇ ਚਾਹੇ ਮਨ ਨਾ ਲੱਗੇ। ਸਤਿਗੁਰ ਦਾ ਹੁਕਮ ਮੰਨ ਕੇ ਬਾਣੀ ਜ਼ਰੂਰ ਪੜ੍ਹੇ, ਉਸ ਨੂੰ ਪਾਠ ਦਾ ਫਲ ਪੂਰਾ ਮਿਲੇਗਾ। ਇਸ ਤਰ੍ਹਾਂ ਪਾਠ ਕਰਦਿਆਂ ਕਰਦਿਆਂ ਜ਼ੁਬਾਨ ਥੱਕ ਜਾਵੇਗੀ ਤੇ ਹੌਲੀ ਹੌਲੀ ਕਰਨਾ ਸ਼ੁਰੂ ਕਰ ਲਵੇ। ਭਾਵ ਸਿਰਫ ਜ਼ੁਬਾਨ ਹਿੱਲੇ, ਇਸ ਦਾ 10 ਗੁਣਾ ਫਲ ਵੱਧ ਜਾਵੇਗਾ। ਇਹ ਹੈ ਨਿਤਨੇਮ ਦੀ ਪਹਿਲੀ ਪੌੜੀ। ਇਹ ਗੁਰੂ ਨਾਨਕ ਦੇਵ ਜੀ ਦੇ ਘਰ ਦੀਆਂ ਪੌੜੀਆਂ ਹਨ, ਕਿਉਂਕਿ ਪੌੜੀ ਦਰ ਪੌੜੀ ਚੜ੍ਹ ਕੇ ਹੀ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚਾਂਗੇ ਤੇ ਮਹਾਰਾਜ ਦੀ ਪ੍ਰਾਪਤੀ ਕਰਾਂਗੇ। ਮਹਾਰਾਜ ਦੇ ਕੋਲ ਸਭ ਰਿੱਧੀਆਂ ਸਿੱਧੀਆਂ ਬਰਕਤਾਂ ਹੈ। ਮਹਾਰਾਜ ਨੂੰ ਮੰਗ ਲਵਾਂਗੇ ਤਾਂ ਮਹਾਰਾਜ ਦੇ ਨਾਲ ਨਾਲ ਸਭ ਚੀਜ਼ਾਂ ਸਾਨੂੰ ਮਿਲ ਜਾਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।